Hi, this is Commerce EduTech, and we are going to discuss some numerical questions from chapter number 1 of Partnership Plus 2 Accountancy. Let's start our questions. First question is define partnership and explain its four features. ਪਾਰਟਨਰਸ਼ਿਪ ਆਪਾਂ ਆਲਰੇਡੀ ਡਿਸਕਸ ਕਰ ਚੁੱਕੇ। ਪਾਰਟਨਰਸ਼ਿਪ ਕੀ ਹੁੰਦੀ ਹੈ, ਪਾਰਟਨਰਸ਼ਿਪ ਦੇ ਚਾਰ ਫੀਚਰਸ ਲਿਖਣੇ ਆਪਾਂ। ਪਾਰਟਨਰਸ਼ਿਪ ਅਸੀਂ ਕੀ ਦੇਖੀ ਸੀ ਕਿ ਪਾਰਟਨਰਸ਼ਿਪ ਇਜ਼ ਅ ਕੰਟਰੈਕਚੁਅਲ ਔਰ ਮਿਊਚੁਅਲ ਰਿਲੇਸ਼ਨਸ਼ਿਪ ਬਿਟਵੀਨ ਟੂ ਔਰ ਮੋਰ ਪਰਸਨਸ ਹੂ ਹੈਵ ਐਗਰੀਡ ਟੂ ਸ਼ੇਅਰ ਪ੍ਰੋਫਿਟ of a business carried on by all or any of them acting for all। ਕੰਮ ਜਿਹੜਾ ਹੈ ਉਹ ਕੀ ਹੈ, ਸਾਰਿਆਂ ਦੁਆਰਾ ਕੀਤਾ ਜਾਊਗਾ ਜਾਂ ਕਿਸੇ ਇੱਕ ਦੁਆਰਾ ਕੀਤਾ ਜਾਊਗਾ, ਉਹ ਵੀ ਸਾਰਿਆਂ ਦੇ ਲਈ ਕੀਤਾ ਜਾਊਗਾ। ਇਸ ਨੂੰ ਅਸੀਂ ਕਹਿੰਦੇ ਹਾਂ ਕਿ ਇੱਕ ਮਿਊਚੁਅਲ ਐਗਰੀਮੈਂਟ ਦੇ ਨਾਲ ਉਹ ਬਿਜ਼ਨਸ ਜਿਹੜਾ ਹੈ ਆਪਣਾ ਕਰ ਰਿਹਾ, ਔਰ ਉਸ ਬਿਜ਼ਨਸ ਦੇ ਵਿੱਚੋਂ ਜੋ ਵੀ ਪ੍ਰੋਫਿਟ ਲਾਸ ਹੋਏਗਾ ਉਸ ਨੂੰ ਉਹ ਸ਼ੇਅਰ ਕਰਨ ਦੇ ਲਈ ਬਿਜ਼ਨਸ ਜਿਹੜਾ ਹੈ ਸੈਟਅਪ ਕਰਦੇ ਆ। ਔਰ ਉਸ ਬਿਜ਼ਨਸ ਨੂੰ ਜਦੋਂ ਅਸੀਂ ਪਾਰਟਨਰਸ਼ਿਪ ਐਕਟ 1932 ਦੇ ਅੰਦਰ ਰਜਿਸਟਰਡ ਕਰਾਇਆ ਤਾਂ ਉਹ ਕੀ ਹੈ, ਬਿਜ਼ਨਸ ਦਾ ਨਾਮ ਕੀ ਬਣ ਗਿਆ, ਪਾਰਟਨਰਸ਼ਿਪ ਫਰਮ ਬਣ ਗਈ। ਹੁਣ ਜਦੋਂ ਪਾਰਟਨਰਸ਼ਿਪ ਫਰਮ ਬਣ ਗਈ ਔਰ ਜਿਹੜੇ ਕਿ ਪਰਸਨ ਉਸ ਨੂੰ ਚਲਾ ਰਿਹਾ ਹੈ ਵੋਲੰਟਰਲੀ ਐਂਟਰਡ ਹੁੰਦੇ ਆ ਉਸ ਦੇ ਅੰਦਰ ਇਨਟੂ ਅ ਪਾਰਟਨਰਸ਼ਿਪ ਆਰ ਇੰਡੀਵਿਜੂਅਲੀ ਨੋਨ ਐਜ਼ ਪਾਰਟਨਰਸ, ਕਲੈਕਟਿਵਲੀ ਉਹਨਾਂ ਨੂੰ ਇੱਕ ਫਰਮ ਦਾ ਨਾਮ ਦਿੱਤਾ ਜਾਂਦਾ ਹੈ। ਦੇਖੋ ਇੰਡੀਵਿਜੂਅਲ ਹਰ ਇੱਕ ਪਰਸਨ ਜਿਹੜਾ ਹੈ ਇੱਕ ਪਾਰਟਨਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਔਰ ਜਦੋਂ ਸਾਰੇ ਇਕੱਠੇ ਹੋ ਜਾਂਦੇ ਆ ਤਾਂ ਉਹਨਾਂ ਨੂੰ ਅਸੀਂ ਕੀ ਹੈ, ਇੱਕ ਫਰਮ ਦਾ ਦਰਜਾ ਦਿੰਦੇ ਹਾਂ ਇੱਥੇ। ਕਲੀਅਰ ਹੈ ਜੀ। ਹੁਣ ਅਸੀਂ ਇਹਦੇ ਕੁਝ ਫੀਚਰਸ ਡਿਸਕਸ ਕਰਨੇ ਆ ਕਿ ਪਾਰਟਨਰਸ਼ਿਪ ਦੇ ਕਿਹੜੇ ਮੇਨ ਫੀਚਰਸ ਹੋਣਗੇ। ਫਸਟ ਫੀਚਰ ਇਜ਼ ਐਸੋਸੀਏਸ਼ਨ ਆਫ ਟੂ ਔਰ ਮੋਰ ਪਰਸਨਸ। ਦੇਖੋ ਫਸਟ ਫੀਚਰ ਦੇ ਅੰਦਰ ਆਉਂਦਾ ਹੈ ਕਿ ਜਿਹੜੀ ਪਾਰਟਨਰਸ਼ਿਪ ਹੁੰਦੀ ਹੈ ਉਹ ਇੱਕ ਐਸੋਸੀਏਸ਼ਨ ਹੈ ਜਿਸ ਦੇ ਵਿੱਚ ਦੋ ਜਾਂ ਦੋ ਤੋਂ ਜ਼ਿਆਦਾ ਬੰਦੇ ਹੁੰਦੇ ਆ। ਹੁਣ ਉਹ ਪਰਸਨਸ ਜਿਹੜੇ ਉਸ ਨੂੰ ਮਿਲ ਕੇ ਚਲਾਉਣਗੇ ਉਹਨਾਂ ਦੀ ਗਿਣਤੀ ਕੀ ਹੋਊਗੀ। ਦੇਖੋ ਮਿਨੀਮਮ ਦੀ ਅਸੀਂ ਗੱਲ ਆਲਰੇਡੀ ਕਰ ਚੁੱਕੇ, 2 ਸਾਡੇ ਮਿਨੀਮਮ ਪਰਸਨਸ ਹੈ, ਔਰ ਜਦੋਂ ਅਸੀਂ ਮੈਕਸਿਮਮ ਦੀ ਗੱਲ ਕਰਦੇ ਹਾਂ ਤਾਂ ਉੱਥੇ ਜਿਹੜਾ ਹੈ ਪਾਰਟਨਰਸ਼ਿਪ ਐਕਟ ਇੰਟਰੋਡਿਊਸ ਨਹੀਂ ਹੁੰਦਾ, ਉੱਥੇ ਸਾਡਾ ਇੰਡੀਅਨ ਕੰਪਨੀਜ਼ ਐਕਟ ਜਿਹੜਾ ਹੈ ਇੰਟਰੋਡਿਊਸ ਹੁੰਦਾ ਹੈ। ਔਰ ਇੰਡੀਅਨ ਕੰਪਨੀ ਐਕਟ ਦੇ ਅਕੋਰਡਿੰਗ ਪਾਰਟਨਰਸ਼ਿਪ ਦੇ ਅੰਦਰ ਮੈਕਸਿਮਮ ਪਰਸਨਸ ਜਿਹੜੇ ਹੈ ਉਹ 100 ਹੋ ਸਕਦੇ ਆ। ਇਸ ਤੋਂ ਪਹਿਲਾਂ ਪਾਰਟਨਰਸ਼ਿਪ ਐਕਟ 1932 ਇੱਥੇ ਅਪਲਾਈ ਹੁੰਦਾ ਸੀ, ਕੰਪਨੀਜ਼ ਐਕਟ 1956 ਅਪਲਾਈ ਹੁੰਦਾ ਸੀ, ਜਿਸ ਦੇ ਦੌਰਾਨ ਕੀ ਹੈ ਕਿ ਮੈਕਸਿਮਮ ਜਿਹੜੇ ਪਾਰਟਨਰਸ ਹੈ ਇੱਕ ਫਰਮ ਦੇ ਅੰਦਰ ਉਹ 10 ਹੋ ਸਕਦੇ ਇਨ ਕੇਸ ਆਫ ਬੈਂਕਿੰਗ ਕੰਪਨੀ, 20 ਹੋ ਸਕਦੇ ਇਨ ਕੇਸ ਆਫ ਨਾਨ ਬੈਂਕਿੰਗ ਕੰਪਨੀ। ਲੇਕਿਨ ਜਦੋਂ ਹੁਣ ਅਸੀਂ ਮੈਕਸਿਮਮ ਪਾਰਟਨਰਸ ਦੀ ਗੱਲ ਕਰਦੇ ਹਾਂ ਇੱਥੇ ਸਾਡੇ ਮੈਕਸਿਮਮ ਪਾਰਟਨਰਸ ਜਿਹੜੇ ਆ ਉਹ 100 ਹੋ ਸਕਦੇ ਆ ਐਜ਼ ਪਰ ਦਾ ਲੇਟੈਸਟ ਅਮੈਂਡਮੈਂਟਸ ਆਫ ਕੰਪਨੀਜ਼ ਐਕਟ 2013। ਨੈਕਸਟ ਪੁਆਇੰਟ ਹੈ ਸਾਡਾ ਐਗਰੀਮੈਂਟ ਬਿਟਵੀਨ ਦਾ ਪਾਰਟਨਰਸ। ਜਦੋਂ ਅਸੀਂ ਐਸੋਸੀਏਸ਼ਨ ਦੀ ਗੱਲ ਕਰਦੇ ਹਾਂ ਤਾਂ ਐਸੋਸੀਏਸ਼ਨ ਬਣਦੀ ਕਿਵੇਂ ਹੈ, ਐਸੋਸੀਏਸ਼ਨ ਬਣਦੀ ਹੈ ਜਦੋਂ ਪਾਰਟਨਰਸ ਆਪਸ ਦੇ ਵਿੱਚ ਕੀ ਹੈ ਇੱਕ ਐਗਰੀਮੈਂਟ ਬਣਾਉਂਦੇ ਆ। ਹੁਣ ਉਹ ਐਗਰੀਮੈਂਟ ਜਿਹੜਾ ਹੋਊਗਾ ਉਸ ਨੂੰ ਅਸੀਂ ਪਾਰਟਨਰਸ਼ਿਪ ਡੀਡ ਦਾ ਨਾਮ ਦਿੰਦੇ ਹਾਂ। ਦੈਟ ਮੇ ਬੀ ਔਰਲ ਹੋ ਸਕਦੀ ਹੈ, ਰਿਟਨ ਵੀ ਹੋ ਸਕਦੀ ਹੈ, ਬਟ ਕਨਫਲਿਕਸ਼ਨਸ ਨੂੰ ਦੂਰ ਕਰਨ ਦੇ ਲਈ ਜ਼ਿਆਦਾ ਆਥੈਂਟਿਕ ਅਸੀਂ ਕੀ ਹੈ ਰਿਟਨ ਨੂੰ ਮੰਨਦੇ ਹਾਂ। ਠੀਕ ਹੈ ਜੀ। ਨੈਕਸਟ ਪੁਆਇੰਟ ਹੈ ਸਾਡਾ ਲॉफुल ਬਿਜ਼ਨਸ, ਕਿ ਬਿਜ਼ਨਸ ਜਿਹੜਾ ਤੁਸੀਂ ਕਰਨਾ ਹੈ ਮਸਟ ਬੀ ਲॉफुल ਹੋਣਾ ਚਾਹੀਦਾ। ਅਗਰ ਤੁਸੀਂ ਇਲੀਗਲ ਬਿਜ਼ਨਸ ਕਰਦੇ ਆ ਤਾਂ ਉੱਥੇ ਜਿਹੜਾ ਹੈ ਕੰਟਰੈਕਟ ਐਕਟ ਅਪਲਾਈ ਨਹੀਂ ਹੁੰਦਾ, ਔਰ ਪਾਰਟਨਰਸ਼ਿਪ ਜੋ ਹੈ ਇੱਕ ਕੰਟਰੈਕਚੁਅਲ ਐਗਰੀਮੈਂਟ ਹੈ। ਜਿੱਥੇ ਕੰਟਰੈਕਟ ਐਕਟ ਹੀ ਅਪਲਾਈ ਨਹੀਂ ਹੁੰਦਾ ਤਾਂ ਉੱਥੇ ਉਹ ਬਿਜ਼ਨਸ ਜਿਹੜਾ ਹੈ ਉਹ ਪਾਰਟਨਰਸ਼ਿਪ ਫਰਮ ਦੇ ਵਿੱਚ ਜਿਹੜਾ ਹੈ ਨਹੀਂ ਮੰਨਿਆ ਜਾਏਗਾ। ਸੋ ਇਸ ਕਰਕੇ ਸਾਡਾ ਬਿਜ਼ਨਸ ਮਸਟ ਬੀ ਲॉफुल ਹੋਣਾ ਚਾਹੀਦਾ ਇਨ ਦਾ ਆਈਜ਼ ਆਫ ਲਾਅ, ਕੋਈ ਇਲੀਗਲ ਐਕਟੀਵਿਟੀ ਇਹਦੇ ਅੰਦਰ ਨਹੀਂ ਹੋਣੀ ਚਾਹੀਦੀ। ਨੈਕਸਟ ਸਾਡਾ ਪੁਆਇੰਟ ਹੈ ਸ਼ੇਅਰਿੰਗ ਆਫ ਪ੍ਰੋਫਿਟ, ਕਿ ਇਹ ਵੀ ਇਹਦਾ ਫੀਚਰ ਹੈ ਕਿ ਜਿੰਨੇ ਵੀ ਇਸ ਦੇ ਅੰਦਰ ਪਾਰਟਨਰ ਹੋਣਗੇ ਉਹ ਪਾਰਟਨਰਸ਼ਿਪ ਡੀਡ ਜਿਹੜਾ ਕਿ ਅਸੀਂ ਪਹਿਲਾਂ ਐਗਰੀਮੈਂਟ ਲਿਖਿਆ ਉਹਦੇ ਵਿੱਚ ਇੱਕ ਰੇਸ਼ੀਓ ਡਿਸਾਈਡ ਕਰਦੇ ਆ ਕਿ ਉਹਨਾਂ ਨੇ ਪ੍ਰੋਫਿਟ ਕਿਵੇਂ ਵੰਡਣਾ। ਸੋ ਜਿਹੜਾ ਬਿਜ਼ਨਸ ਕਰਦੇ ਆ ਉਸ ਦੇ ਵਿੱਚੋਂ ਜੋ ਵੀ ਆਊਟਪੁੱਟ ਆਉਂਦੀ ਆ ਪ੍ਰੋਫਿਟ ਲਾਸ ਉਸ ਨੂੰ ਆਪਸ ਦੇ ਵਿੱਚ ਇੱਕ ਐਗਰੀਡ ਰੇਸ਼ੋ ਦੇ ਵਿੱਚ ਸ਼ੇਅਰ ਕਰ ਲੈਂਦੇ। ਇਹ ਸਾਡੀਆਂ 4 ਫੀਚਰਸ ਸੀ ਜਿਹੜੇ ਅਸੀਂ ਕੁਐਸਚਨ ਦੇ ਅੰਦਰ ਲਿਖੇ ਕਿ ਡਿਫਾਈਨ ਪਾਰਟਨਰਸ਼ਿਪ ਐਂਡ ਐਕਸਪਲੇਨ ਇਟਸ 4 ਫੀਚਰਸ। ਕਲੀਅਰ ਹੈ ਜੀ। ਤੁਸੀਂ ਕੋਈ ਵੀ ਫੀਚਰ ਜਿਹੜੇ 4 ਹੈ ਉਹ ਲਿਖ ਸਕਦੇ ਹੋ। ਨੈਕਸਟ ਕੁਐਸਚਨ ਹੈ ਸਾਡਾ ਪ੍ਰੋਵੀਜ਼ਨ ਅਪਲਾਈਡ ਇਨ ਐਬਸੈਂਸ ਆਫ ਪਾਰਟਨਰਸ਼ਿਪ ਡੀਡ। ਇਹ ਵੀ ਅਸੀਂ ਡਿਸਕਸ ਕੀਤਾ ਸੀ ਕਿ ਅਗਰ ਪਾਰਟਨਰਸ਼ਿਪ ਡੀਡ ਅਪਲਾਈ ਨਹੀਂ ਹੁੰਦੀ ਤਾਂ ਪਾਰਟਨਰਸ ਜਿਹੜੇ ਹੈ ਉਹਨਾਂ ਦੇ ਉੱਪਰ ਕਿਹੜੀਆਂ ਪ੍ਰੋਵੀਜ਼ਨਸ ਅਪਲਾਈ ਹੋਣਗੀਆਂ। ਪਾਰਟਨਰਸ਼ਿਪ ਡੀਡ ਉਹਨਾਂ ਨੇ ਬਣਾਈ ਨਹੀਂ ਹੈ, ਐਬਸੈਂਟ ਹੈ, ਤਾਂ ਅਸੀਂ ਕਿਹੜੀਆਂ ਪ੍ਰੋਵੀਜ਼ਨ ਅਪਲਾਈ ਕਰਾਂਗੇ ਫॉर ਸੈਲਰੀਜ਼, ਇੰਟਰਸਟ ਔਨ ਪਾਰਟਨਰਸ ਕੈਪੀਟਲ, ਇੰਟਰਸਟ ਔਨ ਪਾਰਟਨਰਸ ਲੋਨ, ਇੰਟਰਸਟ ਔਨ ਡਰਾਇੰਗ ਐਂਡ ਪ੍ਰੋਫਿਟ ਸ਼ੇਅਰਿੰਗ ਰੇਸ਼ੋ। ਦੇਖੋ ਪਾਰਟਨਰਸ ਨੂੰ ਕੁਝ ਨਹੀਂ ਮਿਲਦਾ, ਇਹ ਅਸੀਂ ਪਹਿਲਾਂ ਹੀ ਡਿਸਾਈਡ ਕਰ ਚੁੱਕੇ, ਪਹਿਲਾਂ ਅਸੀਂ ਡਿਸਕਸ ਕਰ ਚੁੱਕੇ ਕਿ ਸੈਲਰੀਜ਼
are not allowed. इंटरस्ट ऑन कैपिटल नॉट अलाउड. इंटरस्ट ऑन पार्टनर्स लोन अगर की है ये केड़ा लोन है, लोन गिवन बाय पार्टनर टू फर्म, बाय पार्टनर नॉट फ्रॉम हिज फैमिली मैंबर्स. क्लियर. पार्टनर खुद फर्म ਨੂੰ लोन प्रोवाइड करेगा ਤਾਂ ਉਹਦੇ ਉੱਪਰ इन द एबसेंस ऑफ पार्टनरशिप डीड फर्म उसਨੂੰ 6% पर एनम ਦੇ अकॉर्डिंग जो इंटरस्ट है वो प्रोवाइड करेगी. उस तो बिना इंटरस्ट ऑन ड्राइंग नॉट अलाउड. जो प्रॉफिट शेयरिंग रेशो होएगी उन्होंने दे विचकार की है इक्वल होएगी. क्लियर जी. नेक्स्ट क्वेश्चन है ए एंड बी आर पार्टनर विद द कैपिटल ऑफ 1,80,000. दे शेयर देयर प्रॉफिट एंड लॉस इन इक्वल रेशो. इंटरस्ट ऑन कैपिटल टू बी पेड एट द रेट 5% पर एनम. फाइंड आउट इंटरस्ट ऑन कैपिटल व्हेन interest on capital shall treated as appropriation of profit and profit of the firm is 10,000. case number 2 7,000. क्वेश्चन सिंपल है. सानू कैपिटल दे रखी है फर्म दी पार्टनर्स दी, उस तो बाद इंटरस्ट दे रखा उन्होंने उपर कितना कितना लगूगा. उस तो बाद साडे कोल कुछ केस दिते हुए है कि इंटरस्ट ऑन कैपिटल असी कैलकुलेट करना है जेकर साडा प्रॉफिट है वो 10,000 है, सैकेंड केस दे विच 7,000 है और असी उस प्रॉफिट नू या उस इंटरस्ट नू की अज्यूम करके चलते हैं. इत्थे की लिखिया एप्रोप्रिएशन ऑफ प्रॉफिट. असी इंटरस्ट नू प्रॉफिट दी एप्रोप्रिएशन मान के चलते हैं और असी ये देखिया सी डिस्कशन कीती सी कि जदों असी इहनू एप्रोप्रिएशन मानते हैं तां प्रॉफिट जिहड़ा है वो लगभग जिहड़ा इंटरस्ट तो ज़्यादा होना चाहिए. अगर साडा प्रॉफिट इंटरस्ट तो ज़्यादा नहीं है तो इंटरस्ट असी प्रोवाइड नहीं करते. ठीक है ना. सो की लिखिया अपन ने इत्थे देखते हैं क्वेश्चन नू सॉल्व करते हैं इसनू. इंटरस्ट ऑन कैपिटल शैल ट्रीटेड एज चार्ज साडा नेक्स्ट केस है और ये अंदर प्रॉफिट जिहड़ा है वो 10,000 7,000 है. केस 1 नू आपां सॉल्व करते हैं. वैन इंटरस्ट ऑन कैपिटल ट्रीटेड एज एन एप्रोप्रिएशन ऑफ प्रॉफिट एंड प्रॉफिट ऑफ द फर्म इज़ 10,000. इन दिस केस साडा जो इंटरस्ट है उन्होंने असी कैलकुलेट करिए 1 लाख के उपर और देखो साडा इंटरस्ट कितना बनता है 1 लाख एंड 80,000 के उपर असी 5% पर एनम चार्ज करना है. 1 लाख के उपर 5% लगावांगे तो 5,000 आऊगा. 8,000 के उपर 5%, 80,000 ते 5% लगावांगे तो 4,000 आऊगा. इस केस दे विच जो साडा प्रॉफिट है वो ऑलरेडी साडे इंटरस्ट तो ज़्यादा है क्योंकि टोटल इंटरस्ट कितना बनता है 9,000 और साडा प्रॉफिट कितना है 10,000 है और उस तो बाद साडे कोल 1,000 का प्रॉफिट एक्सैस बचता है. इन दिस केस असी की करना है पूरे का पूरा प्रॉफिट लिख के इंटरस्ट जिहड़ा है प्रोवाइड कर देना है पार्टनर्स नू और बचा हुआ प्रॉफिट पार्टनर्स दे विच उन्हां दी ओल्ड रेशो दे विच असी शेयर कर देना क्योंकि साडा प्रॉफिट साडे इंटरस्ट तो ज़्यादा है. नैक्सट केस असी देखते हैं जिथे साडा प्रॉफिट की सी साडी इंटरस्ट तो घट गया. साडा प्रॉफिट कितना है 7,000 है और साडा जो इंटरस्ट बनता सी ओह 9,000 बनता सी. इन दिस केस असी की करांगे कि जिहड़ा साडा इंटरस्ट ऑन कैपिटल है उसनूं असी रिस्ट्रिक्ट कर देना है अप टू द अमाउंट ऑफ अवेलेबल प्रॉफिट. उत्थे तक असी उसकी रिस्ट्रिक्शन लगा देनी है और जो अवेलेबल प्रॉफिट है उसनूं असी डिवाइड कर देना है उन्हां दी एप्रोप्रिएशन दी रेशो बना के. इत्थे प्रॉफिट शेयरिंग रेशो यूज़ नहीं करनी आपां ने. देखो की केस है साडा इंटरस्ट बनता है 5,000 एंड 4,000. असी इसे दी एक रेशो बना लेनी है. साडी रेशो इत्थे कितनी बनती है देखो जदों असी इसनूं सॉल्व करांगे तो साडी रेशो बनती है 5:4. सो असी इसे रेशो के अंदर इस प्रॉफिट नूं डिवाइड कर देना. यही उन्हां दा की बन जाता है इंटरस्ट ऑन कैपिटल बन जाएगा. सो साडा प्रॉफिट कितना आएगा 3,889 3,111. इस नूं असी डिवाइड कर देना इंटरस्ट ऑन कैपिटल दे विच. सो साडा क्वेश्चन इत्थे सॉल्व हो गया जिथे असी इंटरस्ट ऑन कैपिटल नूं एप्रोप्रिएशन ऑफ प्रॉफिट मन के चले. पहले केस च प्रॉफिट ज़्यादा सी सारा इंटरस्ट अलाउ किया बचा हुआ प्रॉफिट असी पार्टनर दे विच वंड दिता. सैकेंड केस दे विच प्रॉफिट उस तो घट गया जिथे असी की कीता इंटरस्ट ऑन कैपिटल दी एक रेशो बनाई और उस अवेलेबल प्रॉफिट नूं उस रेशो दे विच डिवाइड कर दिता. उही उन्हां दा इंटरस्ट ऑन कैपिटल बन गया.
क्लीयर जी। नैक्सट केस है साडे कोल जिथे असी इंटरस्ट ऑन कैपिटल नूं एक चार्ज मन के चलते हैं। हुण इस केस दे विच चाहे फर्म नूं सफिशेंट प्रॉफिट होण ना होण, जिहड़ा साडा इंटरस्ट ऑन कैपिटल है मस्ट बी प्रोवाइड, वो सानूं देना ही पएगा एट एनी कॉस्ट। इस दे विच असीं की करना है, देखो दोनों नूं असीं कंपेयर कर लैंदे आ। एक पासे साडे कोल 10,000 प्रॉफिट है, दूसरे पासे साडे कोल 7,000 है। दोनों क्वेश्चन दे विच केसेस च कॉमन की है कि असीं इंटरस्ट जिहड़ा है वो फुली प्रोवाइड कर रहे हैं, क्योंकि इंटरस्ट नूं इत्थे असीं चार्ज मन के चले। तो चार्ज दे विच यही हुंदा कि सानूं प्रोवाइड करना ही पैंदा है। इत्थे साडे कोल एक्सैस 1,000 बचिया जो असीं पार्टनर दे विच 500 ईच डिवाइड कर दिता। इत्थे साडे कोल ऑलरेडी इंटरस्ट साडा ज़्यादा है, साडा प्रॉफिट घट है, तो साडे कोल की 2,000 का लॉस बचिया जो कि असीं पार्टनर दे विच इक्वली डिस्ट्रीब्यूट कर दिता। देखो यही इस दे विच फर्क है, चाहे साडा प्रॉफिट घट सी चाहे साडा प्रॉफिट ज़्यादा सी, असीं इंटरस्ट जिहड़ा है वो फुली प्रोवाइड किया। क्लीयर है जी। नैक्सट क्वेश्चन साडा, वट डू यू मीन बाय प्रॉफिट एंड लॉस एप्रोप्रिएशन अकाउंट, वाई इट इज़ प्रिपेयर्ड। देखो ये एक होर भी क्वेश्चन बनता है कि प्रॉफिट एंड लॉस अकाउंट तो प्रॉफिट एंड लॉस एप्रोप्रिएशन अकाउंट के एक डिफरेंस लिखो, ये भी क्वेश्चन आ जाता है। सो पहला असीं इहनूं देखिए कि मीनिंग की है। प्रॉफिट एंड लॉस एप्रोप्रिएशन अकाउंट इज़ एन एक्सटेंशन, प्रॉफिट एंड लॉस एप्रोप्रिएशन अकाउंट इज़ एन एक्सटेंशन ऑफ प्रॉफिट एंड लॉस अकाउंट। प्रॉफिट एंड लॉस अकाउंट की एक्सटेंशन मीन उसका अगला पार्ट, उसका वधिया है रूप है ये, विच इज़ प्रिपेयर टू शो द डिस्ट्रीब्यूशन ऑफ प्रॉफिट और लॉस अमंग द पार्टनर्स इन देयर प्रॉफिट एंड शेयरिंग रेशो। कि प्रॉफिट एग्जैक्टली असी पार्टनर्स नूं किवें डिस्ट्रीब्यूट करना है, इस अकाउंट दे विच असी सिर्फ यही चीज़ जिहड़ी है शो करते हैं। हुण इसका परफॉर्मा की है जो सानूं पुछया गया, नैट प्रॉफिट आफ्टर ऑल जर्नल चार्जिस बट बिफोर एनी एप्रोप्रिएशन, जो साडा नैट प्रॉफिट होएगा असी उत्थों शुरुआत कर लेनी है। उस तो बाद जो असी पार्टनर तो लेना मीनस इंटरस्ट ऑन ड्राइंग। उस तो बाद जो असी पार्टनर नूं देना इंटरस्ट ऑन कैपिटल, सैलरीज एंड बोनस, पार्टनर्स कमीशन। जो बचिया होया प्रॉफिट होएगा असी पार्टनर दे कैपिटल अकाउंट दे विच जो है शेयर कर देंगे। क्लीयर जी, इस दा परफॉर्मा है। इस तो बाद अगर असी डिफरेंस देखिए तो की लिखांगे, प्रॉफिट एंड लॉस अकाउंट जो है डबल एंट्री सिस्टम का पार्ट है, एप्रोप्रिएशन डबल एंट्री सिस्टम का पार्ट नहीं है। प्रॉफिट एंड लॉस अकाउंट एवरी काइंड ऑफ बिजनेस जिहड़ा है उसनूं प्रिपेयर करता है, लेकिन जो एप्रोप्रिएशन अकाउंट है इसनूं सिर्फ पार्टनरशिप फॉर्म एक्ट के अंदर ही बनाया जाता है। प्रॉफिट एंड लॉस अकाउंट जिहड़ा है उस दे अंदर असी प्रॉफिट लभदे हां, जद कि एप्रोप्रिएशन दे विच असी उसकी डिस्ट्रीब्यूशन करते हैं। प्रॉफिट एंड लॉस अकाउंट दे विच फर्म के जरनल खर्चे पैंदे आ, जद कि एप्रोप्रिएशन दे विच सिर्फ पार्टनर नाल रिलेटेड आइटम्स जिहड़ियां ने वो पाईयां जांदियां। क्लीयर जी। प्रॉफिट एंड लॉस अकाउंट तो बाद असी बैलेंस शीट बनाने, जद कि एप्रोप्रिएशन तो बाद असी पार्टनर दे कैपिटल अकाउंट बनाने। हुण प्रॉफिट एंड लॉस अकाउंट बनाना कंपलसरी है, लेकिन प्रॉफिट एंड लॉस एप्रोप्रिएशन अकाउंट बनाना कंपलसरी नहीं है। क्लीयर। सो ये असी डिफरेंसिस है, तुसी वन बाय वन इसनूं रिपीट करके सुन के इसनूं लिख सकते हो। नैक्सट क्वेश्चन डिस्कस करते हैं आपां। ए एंड बी पार्टनर्स है, 3:2 की रेशो है उसकी। हैविंग कैपिटल बैलेंस 1 अप्रैल 2013 ਨੂੰ 50,000 and 40,000 on 1st July 2013 A introduced 10,000 and is additional capital and B introduced only 5,000. Interest on capital is allowed 10% per annum. Find out interest on capital. ਹੁਣ देखो इत्थे की सिंपल केस है कि ओपनिंग कैपिटल सानूं दित्ती हुई है और ड्यूरिंग द ईयर किते ना किते सानूं एडिशनस दित्तियां हुई, असीं इंटरस्ट ऑन कैपिटल फाइंड करना है। इंटरस्ट ऑन कैपिटल असी किवें लगावांगे, ओपनिंग कैपिटल के उपर देखो इत्थे पूरे साल का असी इंटरस्ट जिहड़ा है चार्ज कर देंगे, किते ब्रेक करने की जरूरत नहीं है इसनूं। 50,000 साडे कोल ए दा ओपनिंग पिया सी, 40,000 साडे कोल बी दा ओपनिंग पिया सी। इस दे उपर असी 10% लगाया दोनों के उपर और साडे कोल बेस इंटरस्ट जिहड़ा है वो आ गया। उस तो बाद एडिशनल कैपिटल के उपर लगावांगे। ए ने एडिशनल कैपिटल लगाई सी 10,000, कदों लगाई है, उस तो बाद असी 31 मार्च तक टाइम जिहड़ा है काउंट कर लांगे, वो बनते आ 9 मंथ। 9 मंथ का असी इंटरस्ट लग कैलकुलेट कर लिया, 750 आया। इस तरह बी ओपनिंग कैपिटल के उपर असी पूरे साल का इंटरस्ट कढ़ लिया और जो साडे कोल एडिशनल कैपिटल है उस दे उपर असी जदों लगी है उस तो 9 मंथ का इंटरस्ट
कैलकुलेट कर लिया। सो टोटल इंटरस्ट जिहड़ा है साडे कोल कैलकुलेट हो गया। क्लीयर जी। देखो करना कुछ नहीं है, जदों एडिशनल कैपिटल लगती है ਉੱਥੋਂ ਲੈ ਕੇ 31 ਮਾਰਚ ਤੱਕ ਅਸੀਂ ਉਸ ਦਾ ਟਾਈਮ ਪੀਰੀਅਡ ਕਾਊਂਟ ਕਰ ਲੈਂਦੇ ਹਾਂ ਔਰ ਉਹਦੇ ਉੱਪਰ ਜਿਹੜਾ ਹੈ ਅਸੀਂ ਇੰਟਰਸਟ ਉਹਨੇ ਟਾਈਮ ਦਾ ਚਾਰਜ ਕਰ ਲੈਂਦੇ ਹਾਂ। ਕਲੀਅਰ ਜੀ। ਨੈਕਸਟ ਕੁਐਸਚਨ ਹੈ ਸਾਡਾ ABC ਪਾਰਟਨਰਸ ਹੈ, ਇਕੁਅਲ ਰੇਸ਼ੋ ਹੈ, ਦੇ ਫੋਲੋਇੰਗ ਡਰਾਇੰਗਸ। ਉਹਨਾਂ ਨੇ ਡਰਾਇੰਗਸ ਵਿਦਡਰਾ ਕੀਤੀਆਂ। A ਵਿਦਡਰਾ ਕਰ ਰਿਹਾ 2000 ਇਨ ਦਾ 15th ਆਫ ਐਵਰੀ ਮੰਥ। A ਵਿਦਡਰਾ ਕਰ ਰਿਹਾ 2000 ਇਨ ਦਾ 15th ਆਫ ਐਵਰੀ ਮੰਥ, ਮਤਲਬ ਹਰੇਕ ਮਹੀਨੇ ਦੀ 15th ਆਫ ਡੇ ਨੂੰ, ਮਤਲਬ ਮਿਡ ਆਫ ਦਾ ਮੰਥ ਅਸੀਂ ਇਸ ਨੂੰ ਕਹਿੰਦੇ ਹਾਂ। B ਵਿਦਡਰਾ ਕਰ ਰਿਹਾ 4000 ਐਟ ਦੀ ਐਂਡ ਆਫ ਐਵਰੀ ਕੁਆਟਰ। C ਵਿਦਡਰਾ ਕਰ ਰਿਹਾ ਅਲੱਗ-ਅਲੱਗ ਡੇਟਸ ਹੈ, ਅਲੱਗ-ਅਲੱਗ ਅਮਾਊਂਟਸ ਨੇ। ਆਪਾਂ ਇਸ ਦੇ ਉੱਪਰ 10% ਪਰ ਐਨਮ ਦੇ ਅਕੋਰਡਿੰਗ ਜੋ ਹੈ ਇੰਟਰਸਟ ਕੈਲਕੂਲੇਟ ਕਰਨਾ। ਦੇਖੋ ਇੱਥੇ ਲਿਖਿਆ ਨਹੀਂ ਹੋਇਆ ਬਟ ਇਸ ਨੂੰ ਅਸੀਂ ਅਜ਼ਿਊਮ ਕਰਨਾ ਹੈ ਪਰ ਐਨਮ ਦੇ ਅਕੋਰਡਿੰਗ। ਕਲੀਅਰ। ਕਿਉਂਕਿ ਜੇ ਅਸੀਂ ਇਸ ਨੂੰ ਪਰ ਐਨਮ ਨਹੀਂ ਮੰਨਾਂਗੇ ਤਾਂ ਸਾਡਾ ਕੁਐਸਚਨ ਬਿਲਕੁਲ ਹੀ ਫਲੈਟ ਹੋ ਗਿਆ ਕਿ ਇੱਥੇ ਅਸੀਂ ਜੋ ਹੈ ਟਾਈਮ ਪੀਰੀਅਡ ਜੋ ਦਿੱਤੇ ਹੋਏ ਆ ਅਸੀਂ ਇਹਨਾਂ ਨੂੰ ਕਾਊਂਟ ਹੀ ਨਹੀਂ ਕਰਦੇ। ਫਿਰ ਟੋਟਲ ਜੋ ਡਰਾਇੰਗ ਉਹਦੇ ਉੱਪਰ ਅਸੀਂ 10% ਕਾਊਂਟ ਕਰ ਦਾਂਗੇ, ਉਹ ਪੂਰੇ ਸਾਲ ਦਾ ਇੰਟਰਸਟ ਨਿਕਲੂਗਾ, ਉਹੀ ਸਾਡਾ ਇੰਟਰਸਟ ਹੋਏਗਾ। ਲੇਕਿਨ ਹੁਣ ਸਾਨੂੰ ਜੋ ਹੈ ਟਾਈਮ ਫੈਕਟਰ ਅਸੀਂ ਕੰਸੀਡਰ ਕਰਨਾ ਜਦੋਂ ਕਿ ਪਰ ਐਨਮ ਲੱਗ ਗਿਆ। ਉਹਨੂੰ ਸੋਲਵ ਅਸੀਂ ਕਿਵੇਂ ਕਰਾਂਗੇ? ਫਸਟ ਹੈ A ਦਾ ਟੋਟਲ ਡਰਾਇੰਗ ਬਣਦੀ ਹੈ 2000 ਮਲਟੀਪਲਾਈ 12 ਕਿਉਂਕਿ 12 ਵਾਰ ਡਰਾਇੰਗ ਨਿਕਲ ਰਹੀ ਹੈ ਤਾਂ ਟੋਟਲ ਡਰਾਇੰਗ ਜੋ ਹੈ 24000 ਬਣ ਗਈ। ਉਸ ਤੋਂ ਬਾਅਦ ਅਸੀਂ ਜੋ ਹੈ ਐਵਰੇਜ ਪੀਰੀਅਡ ਕਾਊਂਟ ਕਰਨੇ ਆ। ਐਵਰੇਜ ਪੀਰੀਅਡ ਕਿਵੇਂ ਕਾਊਂਟ ਕਰਾਂਗੇ? ਟਾਈਮ ਲੈਫਟ ਆਫਟਰ ਫਸਟ ਵਿਡਰਾਲ ਪਲੱਸ ਟਾਈਮ ਲੈਫਟ ਆਫਟਰ ਲਾਸਟ ਵਿਡਰਾਲ ਡਿਵਾਈਡ ਬਾਈ 2। ਦੇਖੋ ਮਿਡਲ ਆਫ ਐਵਰੀ ਮੰਥ ਕਢਾ ਰਿਹਾ, ਮਤਲਬ ਪਹਿਲੀ ਡਰਾਇੰਗ ਕਦੋਂ ਨਿਕਲੇਗੀ? ਅਪ੍ਰੈਲ ਮਿਡ ਦੇ ਵਿੱਚ। ਅਪ੍ਰੈਲ ਦੇ ਪਹਿਲੇ 15 ਦਿਨ ਨਿਕਲ ਗਏ। ਹੁਣ ਅਪ੍ਰੈਲ 15th ਤੋਂ ਲੈ ਕੇ 31 ਮਾਰਚ ਤੱਕ ਟਾਈਮ ਪੀਰੀਅਡ ਕਾਊਂਟ ਕਰੋਗੇ, ਕਿੰਨਾ ਬਣਦਾ? 11.5। ਉਸ ਤੋਂ ਬਾਅਦ ਲਾਸਟ ਵਿਡਰਾਲ ਕਦੋਂ ਨਿਕਲਦੀ ਹੈ? 15th ਆਫ ਮਾਰਚ। 31 ਮਾਰਚ ਤੱਕ ਕਿੰਨਾ ਟਾਈਮ ਬਚਦਾ ਹੈ? ਹਾਫ ਮੰਥ। ਪਲੱਸ ਕਰੋਗੇ 12 ਡਿਵਾਈਡ ਬਾਈ 2 6 ਆ ਗਿਆ। 24000 ਦਾ 10% ਕਰਾਂਗੇ, ਕਿੰਨਾ ਆਊਗਾ? 2400। ਉਹਨੂੰ ਅਸੀਂ 6/12 ਕਰ ਲਾਂਗੇ ਜੋ ਸਾਡਾ ਐਵਰੇਜ ਪੀਰੀਅਡ ਆਇਆ ਸੀ। ਸਾਡਾ ਡਰਾਇੰਗ ਦਾ ਇੰਟਰਸਟ ਬਣ ਗਿਆ 1200। ਇਸੇ ਤਰ੍ਹਾਂ ਅਸੀਂ B ਦਾ ਕੈਲਕੂਲੇਟ ਕਰ ਲਾਂਗੇ। ਟੋਟਲ ਡਰਾਇੰਗ ਬਣਦੀ ਆ 16000 ਰੁਪਏ ਕਿਉਂਕਿ 4 ਵਾਰ ਨਿਕਲਦੀ ਆ, ਕੁਆਟਰਲੀ ਕਢਵਾ ਰਿਹਾ ਉਹ। ਐਵਰੇਜ ਪੀਰੀਅਡ ਕਿੰਨਾ ਨਿਕਲੇਗਾ? ਜਦੋਂ ਫਸਟ ਵਿਡਰਾਲ ਨਿਕਲੀ ਤਾਂ ਪਹਿਲੇ 3 ਮਹੀਨੇ ਨਿਕਲ ਗਏ, ਅਪ੍ਰੈਲ ਮਈ ਜੂਨ। ਜੂਨ ਦੇ ਐਂਡ ਤੇ ਡਰਾਇੰਗ ਨਿਕਲੀ ਹੈ ਕਿਉਂਕਿ 3 ਮਹੀਨੇ ਨਿਕਲ ਗਏ। 31 ਮਾਰਚ ਤੱਕ ਕਿੰਨਾ ਟਾਈਮ ਬਚਦਾ ਹੈ? 9 ਮੰਥ। ਉਸ ਤੋਂ ਬਾਅਦ ਲਾਸਟ ਵਿਡਰਾਲ ਕਦੋਂ ਹੁੰਦੀ ਆ? 31 ਮਾਰਚ ਨੂੰ। ਟਾਈਮ ਪੀਰੀਅਡ ਕਿੰਨਾ ਬਚੇਗਾ? 0। 9 ਡਿਵਾਈਡ ਬਾਈ 2 ਇਜ਼ ਇਕੁਅਲ ਟੂ 4.5 ਮੰਥ। ਔਰ ਜੋ ਸਾਡੇ ਕੋਲ ਟੋਟਲ ਡਰਾਇੰਗ ਸੀ 16,000 ਦੀ, ਉਸ ਦਾ ਅਸੀਂ 10% ਕਾਊਂਟ ਕੀਤਾ ਤਾਂ 1600 ਮਲਟੀਪਲਾਈ 4.5 ਡਿਵਾਈਡ ਬਾਈ 12। ਟੋਟਲ ਇੰਟਰਸਟ ਕਿੰਨਾ ਨਿਕਲਿਆ? 600। ਸੋ ਇਸ ਤਰ੍ਹਾਂ ਅਸੀਂ ਦੋਨਾਂ ਦਾ ਇੰਟਰਸਟ ਕੈਲਕੂਲੇਟ ਕਰ ਲਿਆ। C ਨੇ ਕਿਉਂਕਿ ਡਿਫਰੈਂਟ ਅਮਾਊਂਟਸ ਕਢਾਈਆਂ, ਡਿਫਰੈਂਟ ਡੇਟ ਸੀ, ਇਸ ਕਰਕੇ ਉਹਦੇ ਲਈ ਅਸੀਂ ਕੀ ਕੀਤਾ? ਉਹਦੇ ਲਈ ਅਸੀਂ ਪ੍ਰੋਡਕਟ ਮੈਥਡ ਯੂਜ਼ ਕਰ ਲਿਆ। ਫਸਟ ਵਿਡਰਾਲ ਜਿਹੜੀ ਹੈ ਉਹ 5600 ਦੀ ਹੈ, ਸੈਕਿੰਡ 4500 ਦੀ ਹੈ, ਥਰਡ 85 ਦੀ ਹੈ, ਨੈਕਸਟ 15, 25 ਐਂਡ 5000। ਹੁਣ ਜਦੋਂ ਅਸੀਂ ਇਹਦਾ ਟਾਈਮ ਆਫ ਯੂਜ਼ ਦੇਖਿਆ ਤਾਂ ਸਾਨੂੰ ਪਤਾ ਲੱਗਿਆ ਕਿ ਜੋ ਪਹਿਲੀ ਵਿਡਰਾਲ ਨਿਕਲਦੀ ਹੈ ਐਟ ਦੀ ਐਂਡ ਆਫ ਅਪ੍ਰੈਲ ਨਿਕਲਦੀ ਹੈ। ਸੋ ਸਾਡੇ ਕੋਲ ਕੀ ਹੈ? ਅਪ੍ਰੈਲ ਨਿਕਲ ਗਿਆ, ਪਿੱਛੇ ਬਚੇ 11 ਮੰਥ। ਇਹ ਜੋ ਟਾਈਮ ਆਫ ਯੂਜ਼ ਹੈ ਇਹਦਾ ਮਤਲਬ ਹੈ ਕਿ ਡਰਾਇੰਗ ਨਿਕਲੀ ਕਦੋਂ ਹੈ ਤੇ 31 ਮਾਰਚ ਤੱਕ ਉਸਨੇ ਕਿੰਨੇ ਮਹੀਨੇ ਉਸ ਨੂੰ ਯੂਜ਼ ਕਰ ਲਿਆ। ਅਸੀਂ ਉਹ ਟਾਈਮ ਜਿਹੜਾ ਹੈ ਇੱਥੇ 1 ਬਾਈ 1 ਕੈਲਕੂਲੇਟ ਕਰਕੇ ਲਿਖਣਾ ਹੈ। ਲਾਸਟ ਦਾ 0 ਇਸ ਕਰਕੇ ਹੈ ਕਿਉਂਕਿ 5000 ਜੋ ਨਿਕਲ ਰਿਹਾ ਉਹ 31 ਮਾਰਚ ਨੂੰ ਨਿਕਲ ਰਿਹਾ, ਇਸ ਕਰਕੇ ਉਹਦਾ ਯੂਜ਼ਸ ਮੰਥ ਜੋ ਹੈ ਉਹ 0 ਰਹੇਗਾ। ਇਸ ਤੋਂ ਪਹਿਲਾਂ 2500 ਜੋ ਹੈ ਉਹ 28th ਔਰ 29th ਵਟਐਵਰ ਉਹ ਫੈਬਰਰੀ ਨਿਕਲ ਰਹੀ ਹੈ। ਉਸ ਤੋਂ ਬਾਅਦ ਸਿਰਫ ਮਾਰਚ ਦਾ ਹੀ ਮੰਥ ਨਿਕਲਿਆ ਉਹਦੇ ਲਈ ਯੂਜ਼ ਕਰਨ ਦੇ ਲਈ। ਸੋ ਇਸ ਕਰਕੇ ਉਹਦੇ ਲਈ ਅਸੀਂ 1 ਮੰਥ ਜਿਹੜਾ ਹੈ ਯੂਜ਼ ਦਾ ਉਹ ਲੈ ਲਿਆ। ਅਸੀਂ ਪ੍ਰੋਡਕਟ ਫਾਈਂਡ ਕਰਨਾ ਤਾਂ ਅਸੀਂ ਕੀ ਕਰਾਂਗੇ? ਇਸ ਨੂੰ ਮੰਥ ਦੇ ਨਾਲ ਜੋ ਹੈ ਮਲਟੀਪਲਾਈ ਕਰ ਦਾਂਗੇ। ਮਲਟੀਪਲਾਈ ਕੀਤਾ, ਸਾਡੇ ਕੋਲ ਅਮਾਊਂਟਸ ਆ ਗਈਆਂ। ਅਮਾਊਂਟਸ ਦਾ ਅਸੀਂ ਟੋਟਲ ਲਗਾ ਲਿਆ, ਕਿੰਨਾ ਬਣਿਆ? 1,65,600।
ये साडा टोटल ऑफ प्रोडक्ट बन गया। और जो असी इंटरस्ट कैलकुलेट करना है, प्रोडक्ट का जो टोटल होएगा उसका असी रेट ऑफ इंटरस्ट नाल मल्टीप्लाई करके 1 मंथ का इत्थे असी इंटरस्ट जो है कैलकुलेट कर लांगे। सो कितनी अमाउंट आती है 1380। ये साडा असी इंटरस्ट जेकर सी किस तरह विड्रॉल करांदा है। सो टोटल इंटरस्ट जिहड़ा ड्राइंग का होपफुली कि तुहानूं समझ आ गया होगा। नैक्सट क्वेश्चन है साडा ए बी, दो पार्टनर है, शेयरिंग प्रॉफिट एंड लॉस 3-2 विद कैपिटल ऑफ 5 लाख एंड 3 लाख। इंटरस्ट ऑन कैपिटल अलाउड है 6% per annum. B is to be allowed annual salary 25,000 during the year of the firm before all the other adjustments, but B's salary 1,25,000। जो सानू प्रॉफिट दिता, देखो इनू बड़े ध्यान नाल देखना कि जो प्रॉफिट है, प्रॉफिट साडा कंप्लीट नहीं है। सानू की चाहिए सी आफ्टर जनरल चार्जिस बट बिफोर एनी एप्रोप्रिएशन। जो पार्टनर की सैलरी है वो एप्रोप्रिएशन होंदी है। सो इस करके असी की लिखना इत्थे बिफोर ऑल अदर एडजस्टमेंट्स, बट बी की सैलरी जो है ये ऑलरेडी डिडक्ट हो चुकी है। असी की करना है उस सैलरी को इस पहला ऐड बैक करांगे। सो ऐड बैक करन तो बाद साडे कोल एग्जैक्ट जो अमाउंट ऑफ प्रॉफिट है उत्थों असी अपना क्वेश्चन जिहड़ा है स्टार्टअप करना। नैक्सट है कि दे अंदर सैलरी दे दी सानू, इंटरस्ट ऑन कैपिटल दे दिता, इंटरस्ट ऑन ड्राइंग ड्यूरिंग द ईयर विड्रॉल कर रहे हैं 20,000 ए, 25,000 जो है बी विड्रॉल कर रहे हैं। ड्यूरिंग द ईयर है इस करके हाफ मंथ जी है लगेगी, हाफ ईयर की ड्राइंग इंटरस्ट कैलकुलेट होएगा उन्होंने। सो असी इंटरस्ट कैलकुलेट किया, वो कितना बनता है 1,000 ऑफ ए एंड 1,250 बी का इंटरस्ट है। टोटल कर लिया सी 2250 रुपये इंटरस्ट बन गए। और असी पार्टनर्स नूं की प्रोवाइड करना, इंटरस्ट ऑन कैपिटल जो कि सिंपल है, साढ़े 10% असी 6% सॉरी असी चार्ज कर लेना उन्होंने दिती हुई कैपिटल के उपर। 5 लाख का 6% 30,000 और 3 लाख का 6% दैट इज़ 18,000। टोटल इंटरस्ट आ गया साढ़े कोल। उस तो बाद बी नूं जो असी सैलरी प्रोवाइड करनी है असी वो लिख दी। बचिया होया जो प्रॉफिट होएगा वो असी पार्टनर दे विच डिवाइड कर दिता। उस तो बाद असी की करना है पार्टनर दे कैपिटल अकाउंट तैयार करने। कैपिटल अकाउंट तैयार किया सी क्योंकि असी फ्लक्चुएटिंग रखिया पहला। उस तो बाद असी रखिया कि वट विल बी योर आंसर इफ पार्टनर्स कैपिटल अकाउंट आर फिक्स इन नेचर। पहला असी फ्लक्चुएट करांगे। फ्लक्चुएट ओपनिंग बैलेंस रख दिते कैपिटल दे। उस तो बाद जो जो पार्टनर्स नूं मिलेगा ये अमाउंट्स कित्थों आउणगियां, जो जो असी प्रॉफिट एंड लॉस एप्रोप्रिएशन अकाउंट की डेबिट साइड ते अमाउंट्स रखियां ने सारियां फिर वो इधर शिफ्ट हो जाएंगियां। जो इंटरस्ट ऑन कैपिटल है, जो सैलरीज़ ने, जो उन्होंने शेयर ऑफ प्रॉफिट एट दी एंड बचे सी, वो सारियां इधर शिफ्ट हो जाएंगियां। ड्राइंग्स जो कि पार्टनर ने विड्रॉ की और उन्होंने इंटरस्ट जो कि असी उन्होंने चार्ज किया, और लास्ट की है जो उन्होंने कैपिटल के क्लोजिंग बैलेंस साढ़े कोल बचे। उस तो बाद साढ़े कोल सैकेंड मैथड आ जाता है कि जेकर कैपिटल अकाउंट फिक्स है तो फिर असी की करांगे। फिक्स है तो असी देखा सी कि कैपिटल अकाउंट दे विच कोई चेंज नहीं आती होंगी, सारियां चेंजिस असी पार्टनर के करंट अकाउंट दे विच करांगे। हुण देखो जे करंट अकाउंट च करांगे तो साडा प्रॉफिट एंड लॉस एप्रोप्रिएशन अकाउंट बिल्कुल सेम ही बनूगा, लेकिन जो क्लोजिंग बैलेंस सी साडा लास्ट जो असी प्रॉफिट डिस्ट्रीब्यूट किया सी वो असी हुण कित्थे वंडांगे, पार्टनर दे करंट अकाउंट च वंडांगे। पहलां असी काहदे च वंडे सी, इत्थे कैपिटल अकाउंट च वंडांगे। तो हुण असी इस नूं करंट अकाउंट के थ्रू कढ लिया। बाकी क्वेश्चन बिल्कुल सेम रहेगा, एप्रोप्रिएशन बिल्कुल सेम है, तुसीं कंपेयर करके देख सकते हो। देखो इत्थे असी की कीता सी, पार्टनर्स कैपिटल अकाउंट रखे सी और हुण असी की कर रहे हैं, पार्टनर्स करंट अकाउंट कर रहे हैं। क्लीयर, बस यही चेंज है कल्ला। नैक्सट असी पार्टनर के कैपिटल अकाउंट तैयार किए, जदों कि फिक्स नेचर दे आ तो कैपिटल अकाउंट च कोई चेंज नहीं आएगा अनलैस अंटिल जब तक उन्होंने नवी कैपिटल लगाई नहीं है ਜਾਂ कैपिटल विड्रॉल नहीं की। तो जो ओपनिंग बैलेंस है पार्टनर का उही इन्हों का क्लोजिंग बैलेंस भी रह जाएगा, अकाउंट क्लोज हो जाएगा। सो बाकी चेंजिस असी काहदे च करांगे, असी करंट अकाउंट च करांगे। करंट अकाउंट के ओपनिंग बैलेंस सानू नहीं दिते हुए। उस तो बाद जो जो असी पार्टनर्स नूं देना है एप्रोप्रिएशन अकाउंट के डेबिट साइड ते जो जो पिया सी, इनकलूडिंग जो कि असी एट दी एंड उन्होंने प्रॉफिट वंडिया।
ਤੇ ਇੱਧਰ ਕੀ ਜੋ ਅਸੀਂ ਕੈਪੀਟਲ ਅਕਾਊਂਟ 'ਚ ਪਹਿਲਾਂ ਪਾਇਆ ਸੀ ਕਿ ਡਰਾਇੰਗਸ ਇੰਟਰਸਟ ਔਨ ਡਰਾਇੰਗ, ਔਰ ਸਾਡਾ ਇੱਥੇ ਕੀ ਹੈ ਕਲੋਜ਼ਿੰਗ ਬੈਲੈਂਸ ਜੋ ਹੈ ਉਹ ਨਿਕਲਿਆ ਆ। ਸੋ ਇਸ ਤਰ੍ਹਾਂ ਕੁਐਸਚਨ ਕਰਨਾ ਕਿ ਅਗਰ ਕੈਪੀਟਲ ਅਕਾਊਂਟ ਜਿਹੜੇ ਫਿਕਸ ਦਿੱਤੇ ਹੋਏ ਆ ਤਾਂ 2 ਅਕਾਊਂਟ ਬਣਨਗੇ, ਪਾਰਟਨਰਸ ਕੈਪੀਟਲ ਅਕਾਊਂਟ ਅਲੱਗ ਬਣੇਗਾ ਔਰ ਬਾਕੀ ਜੋ ਹਿਸਾਬ ਕਿਤਾਬ ਹੈ ਉਹਨਾਂ ਦੇ ਕਰੰਟ ਅਕਾਊਂਟ 'ਚ ਰੱਖਿਆ ਜਾਊਗਾ। ਅਗਰ ਫਲਕਚੁਏਟਿੰਗ ਨੇਚਰ ਦੇ ਹੋਣਗੇ ਤਾਂ ਅਸੀਂ ਸਾਰਾ ਜੋ ਹਿਸਾਬ ਕਿਤਾਬ ਹੈ ਪਾਰਟਨਰ ਦਾ ਉਹ ਇਕੱਲੇ ਕੈਪੀਟਲ ਅਕਾਊਂਟ ਦੇ ਥਰੂ ਹੀ ਰੱਖ ਲੈਂਦੇ ਹਾਂ, ਉੱਥੇ ਸਾਨੂੰ ਕਰੰਟ ਅਕਾਊਂਟ ਬਣਾਉਣ ਦੀ ਜ਼ਰੂਰਤ ਨਹੀਂ ਪੈਂਦੀ। ਠੀਕ ਹੈ ਜੀ। ਜੋ ਕਰੰਟ ਅਕਾਊਂਟ ਦਾ ਬੈਲੈਂਸ ਸਾਡਾ ਡੈਬਿਟ ਸਾਈਡ ਤੇ ਬਚਿਆ ਇਹ ਸਾਡੀ ਬੈਲੈਂਸ ਸ਼ੀਟ ਦੇ ਅੰਦਰ ਜੋ ਹੈ ਲਾਇਬਿਲਿਟੀ ਸਾਈਡ ਤੇ ਸ਼ਿਫਟ ਹੋ ਜਾਏਗਾ, ਔਰ ਅਗਰ ਇਹੀ ਬੈਲੈਂਸ ਸਾਡਾ ਇਸ ਸਾਈਡ ਤੇ ਹੁੰਦਾ ਤਾਂ ਫਿਰ ਕੀ ਆ ਉਹ ਸਾਡੀ ਬੈਲੈਂਸ ਸ਼ੀਟ ਦੇ ਵਿੱਚ ਐਸੈਟ ਸਾਈਡ ਤੇ ਚਲਾ ਜਾਂਦਾ। ਕਲੀਅਰ। ਲਾਸਟ ਕੁਐਸਚਨ ਸਾਡਾ ਕੈਪੀਟਲ ਅਕਾਊਂਟ ਆਫ A and B ਸ਼ੋ ਬੈਲੈਂਸ ਔਨ 31 ਮਾਰਚ 2018। 31 ਮਾਰਚ ਮਤਲਬ ਕਿ ਕਲੋਜ਼ਿੰਗ ਬੈਲੈਂਸ ਸਾਨੂੰ ਆਲਰੇਡੀ ਦਿੱਤੇ ਹੋਏ ਆ 4,50,000। ਉਹਨਾਂ ਨੇ ਕੁਝ ਡਰਾਇੰਗਸ ਵੀ ਕਢਵਾਈਆਂ ਹੋਈਆਂ ਔਰ ਡਰਾਇੰਗਸ ਵਿਡਰਾਅ ਕਿਵੇਂ ਕੀਤੀਆਂ। ਇਹ ਵਿਡਰਾਅ ਕਰ ਰਿਹਾ 10,000 ਡਿਊਰਿੰਗ ਈਚ ਕੁਆਟਰ ਮਤਲਬ ਕੁਆਟਰ ਦਾ ਜੋ ਮਿਡਲ ਮੰਥ ਹੈ ਉਸ ਦਾ ਵੀ ਮਿਡਲ ਡੇ ਆਏਗਾ। ਕਲੀਅਰ। ਮਤਲਬ ਕਿ ਅਗਰ ਅਪ੍ਰੈਲ ਮਈ ਜੂਨ ਦੀ ਗੱਲ ਕਰੀਏ ਤਾਂ 3 ਮਹੀਨੇ ਦਾ ਕੁਆਟਰ ਹੈ ਤਾਂ ਮਈ ਦਾ ਮਿਡ ਮਤਲਬ 15 ਮਈ ਨੂੰ ਪਹਿਲੀ ਡਰਾਇੰਗ ਨਿਕਲ ਰਹੀ ਹੈ। ਕਲੀਅਰ। ਇਹ ਆਪਾਂ ਇੰਟਰਸਟ ਔਨ ਡਰਾਇੰਗ ਦੇ ਵਿੱਚ ਟੌਪਿਕ ਜਿਹੜਾ ਆਲਰੇਡੀ ਕਰ ਚੁੱਕੇ ਹਾਂ। ਨੈਕਸਟ ਜੋ ਹੈ ਬੀ ਵਿਡਰੋਲ ਕਰ ਰਿਹਾ ਉਹ 4,000 ਔਨ ਦਾ ਮਿਡਲ ਆਫ ਐਵਰੀ ਮੰਥ ਕਢਵਾ ਰਿਹਾ। ਇੰਟਰਸਟ ਔਨ ਡਰਾਇੰਗ ਜੋ ਹੈ 12% ਪਰ ਐਨਮ ਹੈ। ਪਹਿਲਾਂ ਅਸੀਂ ਇੰਟਰਸਟ ਹੀ ਕੈਲਕੂਲੇਟ ਕਰ ਲਈਏ ਅਲੱਗ ਤੋਂ। ਕਿਵੇਂ ਕੈਲਕੂਲੇਟ ਕਰਾਂਗੇ ਅਸੀਂ, ਨੀਚੇ ਦੇਖੋ ਇੰਟਰਸਟ ਔਨ ਡਰਾਇੰਗ ਕਿਵੇਂ ਕੈਲਕੂਲੇਟ ਕਰਨਾ ਹੈ। ਏ ਦਾ 10,000 ਮਲਟੀਪਲਾਈ 4 ਕਿਉਂਕਿ 4 ਵਾਰ ਵਿਡਰੋਲ ਹੋ ਰਹੀ ਹੈ ਕੁਆਟਰਲੀ 40,000 ਹੋ ਗਿਆ, ਮਲਟੀਪਲਾਈ 12% ਮਲਟੀਪਲਾਈ ਜੋ ਅਸੀਂ ਉਹਦਾ ਐਵਰੇਜ ਪੀਰੀਅਡ ਕੱਢਾਂਗੇ ਉਹ ਕਿੰਨਾ ਆਊਗਾ 6 ਮੰਥ ਆਏਗਾ। ਦੇਖੋ ਕੈਲਕੂਲੇਟ ਕਰਕੇ, ਕਿਉਂਕਿ ਮਈ ਦਾ ਮਿਡ ਹੈ ਤਾਂ ਅਪ੍ਰੈਲ ਔਰ ਮਈ ਦੇ 15 ਦਿਨ ਨਿਕਲ ਚੁੱਕੇ ਮਤਲਬ 1.5 ਮਹੀਨਾ ਨਿਕਲ ਗਿਆ। ਪਹਿਲੀ ਵਿਡਰੋਲ ਤੋਂ ਬਾਅਦ ਕਿੰਨਾ ਟਾਈਮ ਬਚਿਆ 10 ਐਂਡ ਹਾਫ, 10.5 ਮਹੀਨੇ ਬਚੇ। ਲਾਸਟ ਵਿਡਰੋਲ ਕਦੋਂ ਹੁੰਦੀ ਹੈ ਫੈਬ ਦੇ ਮਿਡ 'ਚ ਹੁੰਦੀ ਹੈ ਤਾਂ ਫੈਬ ਦਾ ਹਾਫ ਮੰਥ ਤੇ ਮਾਰਚ ਦਾ ਪੂਰਾ 1.5 ਮਹੀਨਾ ਉੱਥੇ ਪਿਆ। 10 ਐਂਡ ਹਾਫ ਪਲੱਸ 1 ਐਂਡ ਹਾਫ ਕਿੰਨੇ ਹੋ ਗਏ 12 ਡਿਵਾਈਡ ਬਾਏ ਕਿੰਨਾ ਆਏਗਾ 2 6 ਮੰਥ ਇੱਥੇ ਸਾਡਾ ਐਵਰੇਜ ਪੀਰੀਅਡ ਜੋ ਹੈ ਕੈਲਕੂਲੇਟ ਹੋ ਜਾਏਗਾ ਔਰ ਸਾਡਾ ਇੰਟਰਸਟ 2400। ਸੈਕਿੰਡ ਬੀ ਦਾ ਜੋ ਹੈ 4,000 ਕਢਵਾ ਰਿਹਾ ਇਨ ਦਾ ਮਿਡ ਆਫ ਐਵਰੀ ਮੰਥ ਕਢਵਾ ਰਿਹਾ ਤਾਂ 12 ਵਾਰ ਡਰਾਇੰਗ ਨਿਕਲੇਗੀ 48,000 ਮਲਟੀਪਲਾਈ 12%। ਹੁਣ ਇਸ ਦਾ ਐਵਰੇਜ ਪੀਰੀਅਡ ਕਿਵੇਂ ਕੱਢਾਂਗੇ ਅਸੀਂ, ਜਦੋਂ ਫਸਟ ਵਿਡਰੋਲ ਹੋਈ ਤਾਂ ਅਪ੍ਰੈਲ ਦੇ ਮਿਡ 'ਚ ਹੋਈ ਤਾਂ ਅਪ੍ਰੈਲ ਦੇ 15 ਦਿਨ ਨਿਕਲ ਗਏ, ਪਿੱਛੇ ਕਿੰਨੇ ਬਚੇ 11 ਐਂਡ ਹਾਫ। ਲਾਸਟ ਵਿਡਰੋਲ ਕਦੋਂ ਹੋਈ 15 ਮਾਰਚ ਨੂੰ ਹੋਈ, 31 ਮਾਰਚ ਤੱਕ ਕਿੰਨਾ ਟਾਈਮ ਬਚਿਆ 15 ਡੇਜ਼ ਮਤਲਬ ਹਾਫ ਮੰਥ ਤਾਂ ਕਿੰਨਾ ਹੋ ਗਿਆ 11 ਐਂਡ ਹਾਫ ਪਲੱਸ ਹਾਫ 12 ਡਿਵਾਈਡ ਬਾਈ 2 ਇਜ਼ ਇਕੁਅਲ ਟੂ 6। ਸੋ ਇੱਥੇ ਸਾਡਾ ਜੋ ਇੰਟਰਸਟ ਬਣਦਾ ਉਹ ਕਿੰਨਾ ਬਣਦਾ 2880। ਕਲੀਅਰ। ਇਹ ਸਾਡਾ ਇੰਟਰਸਟ ਇੱਥੇ ਕੈਲਕੂਲੇਟ ਹੋ ਗਿਆ। ਉਸ ਤੋਂ ਬਾਅਦ ਅਸੀਂ ਗੱਲ ਕਰੀਏ ਦੁਬਾਰਾ ਕੁਐਸਚਨ ਦੇ ਉੱਪਰ ਆਈਏ ਕਿ ਪ੍ਰੋਫਿਟ ਫਰਮ ਦਾ ਕਿੰਨਾ ਹੈ 50,000 ਟੋਟਲ ਪ੍ਰੋਫਿਟ ਹੈ ਜਿਸ ਦੇ ਵਿੱਚੋਂ ਫਰਮ ਆਪਣੇ ਕੋਲ ਜੋ ਹੈ 20,000 ਰਿਟੇਨ ਕਰਕੇ ਰੱਖਦੀ ਹੈ। ਇਹਦਾ ਮਤਲਬ ਪਾਰਟਨਰ ਨੇ ਕਿੰਨਾ ਵੰਡਿਆ ਹੋਊਗਾ, ਅਗਰ 50 ਚੋਂ 20 ਫਰਮ ਨੇ ਆਪਣੇ ਕੋਲ ਰੱਖ ਲਿਆ ਸੋ ਪਾਰਟਨਰ ਕੋ ਕਿੰਨਾ ਗਿਆ 30,000 ਜੋ ਕਿ ਉਹਨਾਂ ਨੇ ਇਕੁਅਲੀ ਵੰਡ ਲਿਆ 15,000 ਈਚ। ਦੇਖੋ ਇਸ ਦੇ ਵਿੱਚੋਂ 20 ਫਰਮ ਨੇ ਰਿਟੇਨ ਕੀਤਾ 30,000 ਬਚਿਆ, ਦੋ ਪਾਰਟਨਰ ਦੇ ਵਿੱਚ ਡਿਵਾਈਡ ਹੋਇਆ 15,000 ਈਚ ਆ ਗਿਆ। ਇਸ ਤੋਂ ਬਾਅਦ ਅਸੀਂ ਕੁਐਸਚਨ ਕਰਨਾ ਹੈ ਤਾਂ ਸਾਡਾ ਜੋ ਇੰਟਰਸਟ ਹੈ ਉਹ ਸਾਨੂੰ ਪਤਾ ਹੈ ਕਿ ਓਪਨਿੰਗ ਕੈਪੀਟਲ ਤੇ ਨਿਕਲਣਾ ਹੈ। ਓਪਨਿੰਗ ਕੈਪੀਟਲ ਕੱਢਣ ਦਾ ਕੀ ਫਾਰਮੂਲਾ ਹੈ, ਜੋ ਸਾਡੇ ਕੋਲ ਕਲੋਜ਼ਿੰਗ ਕੈਪੀਟਲ ਦਿੱਤੀ ਹੋਈ ਹੈ ਉਹਦੇ ਵਿੱਚ ਅਸੀਂ ਕੈਪੀਟਲ ਵਿਡਰੋਲ ਅਗਰ ਹੈ ਤਾਂ ਉਸ ਨੂੰ ਐਡ ਕਰ ਦਾਂਗੇ, ਅਗਰ ਐਡੀਸ਼ਨਲ ਕੈਪੀਟਲ ਕੋਈ ਲੱਗੀ ਹੋਈ ਹੈ ਤਾਂ ਉਸ ਨੂੰ ਅਸੀਂ ਮਾਈਨਸ ਕਰ ਦਾਂਗੇ। ਡਰਾਇੰਗ ਅਗਰ ਡਿਊਰਿੰਗ ਦਾ ਈਅਰ ਉਹਨੇ ਕਢਾਈ ਹੈ ਤਾਂ ਉਸ ਨੂੰ ਅਸੀਂ ਐਡ ਕਰਾਂਗੇ, ਉਹਦੇ ਉੱਪਰ ਅਗਰ ਕੋਈ ਇੰਟਰਸਟ ਹੈ ਤਾਂ ਉਸ ਨੂੰ ਵੀ ਐਡ ਕਰਾਂਗੇ। ਅਗਰ ਪ੍ਰੀਵੀਅਸ ਈਅਰ ਦੀ ਕੋਈ ਡਰਾਇੰਗ ਬਚੀ ਹੋਈ ਹੈ ਜੋ ਕਿ ਕੈਪੀਟਲ ਚੋਂ ਡਿਡਕਟ ਨਹੀਂ ਕੀਤੀ ਗਈ ਔਰ ਬੈਲੈਂਸ ਸ਼ੀਟ ਦੀ ਐਸੈਟ ਸਾਈਡ ਤੇ ਖੜੀ ਹੈ ਤਾਂ ਉਸ ਨੂੰ ਅਸੀਂ ਕੀ ਕਰਾਂਗੇ ਪਹਿਲਾਂ ਲੈਸ ਕਰਾਂਗੇ ਕਿਉਂਕਿ ਉਹ ਪਿਛਲੇ ਸਾਲ ਦੀ ਡਰਾਇੰਗ ਹੈ, ਉਸ ਨੂੰ ਅਸੀਂ ਐਗਜ਼ੈਕਟ ਲੈਸ ਕਰਨਾ ਹੈ। ਜੋ ਇਸ ਸਾਲ ਦੀ ਡਰਾਇੰਗ ਹੈ ਉਹ ਐਡ ਹੋਏਗੀ, ਰਿਵਰਸਲ ਫਾਰਮ 'ਚ ਹੋ ਜਾਏਗੀ।
अगर शेयर ऑफ प्रॉफिट है तो उसनूं लैस कर दो, अगर लॉस का शेयर है तो उसनूं असीं ऐड कर दईए। किन्नियां अमाउंट साडे कोल इत्थे अवेलेबल आ, असीं लिख ली 1 बाय 1। और साडे कोल कैपीटल दे ओपनिंग बैलेंस जो आए आ, ये बैलेंस आए आ। हुण इन्हां दे उपर असीं इंटरस्ट जिहड़ा है वो कैलकुलेट कर दांगे। ओपनिंग बैलेंस के उपर असीं पूरे साल का इंटरस्ट लगा दिता, जो एडिशन की है ਉਹਦੇ ਉੱਪਰ ਅਸੀਂ ਉਹਨੇ टाइम का इंटरस्ट कैलकुलेट कर लिया जिन्ना टाइम फर्म ने वो पैसा यूज़ किया। कहने का मतलब कि एडिशन हुई किस डेट नूं है, उत्थों 31 मार्च तक असी टाइम काउंट कर लांगे। सिमिलरली बी दे लई ओपनिंग कैपीटल के उपर इंटरस्ट लग गया, एडिशन जो हुई है 31 दसंबर नूं हुई है, इस करके 3 मंथ असी ये यूज़ किए फर्म ने पैसा। 3 मंथ का असी इत्थे इंटरस्ट कैलकुलेट करांगे, 375 रुपीज़ आएगा। सो टोटल इंटरस्ट जो है साडा वो 37,463 रुपीज़ आ जाएंगे। क्लीयर जी। ये साडा क्वेश्चन सी कि असी ओपनिंग कैपीटल किवें फाइंड आउट करनी है तो उहदे उपर असी इंटरस्ट किवें कैलकुलेट करना है। ये कुछ इंपॉर्टेंट क्वेश्चन सी जिहदे अंदर असी इंटरस्ट ऑन कैपीटल भी कवर की, इंटरस्ट ऑन ड्राइंग भी कवर किया, प्रॉफिट एंड लॉस एप्रोप्रिएशन अकाउंट भी कवर होया साडा, पार्टनर्स कैपीटल अकाउंट भी कवर होए कि अगर फिक्स है तो असी की करना, अगर फ्लक्चुएटिंग नेचर दे है तो असी की करना है। ठीक है जी। इस तो बिना भी कुछ क्वेश्चनस है थोड़ी बुक्स के अंदर, तुसी उसनूं ट्राई कर सकते हो। अगर किसी अंदर कोई प्रॉब्लम है तो तुसी मैनूं मैसेज करके वो पूछ सकते हो। ठीक है जी। थैंक्स फॉर वॉचिंग द चैनल। कीप सपोर्टिंग, सब्सक्राइब एंड शेयर द चैनल फॉर द नेक्स्ट अपडेट। थैंक यू।